ਸਟੂਡੈਂਟਸ ਲੈਸਨ ਚੱਲ ਰਿਹਾ ਹੈ ਇਕਨੋਮਿਕਸ ਦਾ ਜੇ ਫਸਟ ਸਟੋਰੀ ਆਫ ਦਾ ਵਿਲੇਜ। ਉਸ ਦੇ ਵਿੱਚ ਆਪਾਂ ਬਹੁਤ ਸਾਰੇ ਕਨਸੈਪਟ ਹੁਣ ਤੱਕ ਕਲੀਅਰ ਕੀਤੇ ਆ। ਮਾਡਰਨ ਫਾਰਮਿੰਗ ਮੈਥਡ, ਇਰੀਗੇਸ਼ਨ ਫੈਸਿਲਿਟੀਜ਼, ਸਟਬਲ। ਅਤੇ ਅੱਜ ਆਪਾਂ ਜੋ ਕਨਸੈਪਟ ਕਲੀਅਰ ਕਰਾਂਗੇ ਉਹ ਹੈਗਾ ਡਿਸਟਰੀਬਿਊਸ਼ਨ ਆਫ ਲੈਂਡ ਅਮੰਗਸਟ ਦਾ ਫਾਰਮਰਸ। ਜੋ ਡਿਸਟਰੀਬਿਊਸ਼ਨ ਹੈ ਲੈਂਡ ਦੀ, ਜ਼ਮੀਨ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈਗੀ ਆ ਫਾਰਮਰ ਦੇ ਵਿੱਚ ਵੰਡੀ ਹੋਈ ਆ, ਉਹਦੇ ਬਾਰੇ ਅੱਜ ਡਿਸਕਸ ਕਰਾਂਗੇ। In this village, unfortunately, not all the people engaged in agriculture have sufficient land for cultivation. ਕਹਿੰਦੇ in this village ਮਤਲਬ ਕਿ ਆਪਾਂ ਸਟੋਰੀ ਪੜ੍ਹ ਰਹੇ ਹਾਂ ਦਾ ਸਟੋਰੀ ਆਫ ਅ ਵਿਲੇਜ, ਤਾਂ ਉਸ ਵਿਲੇਜ ਨੂੰ ਇਮੈਜੀਨਰੀ ਵਿਲੇਜ ਦੀ ਐਗਜ਼ਾਮਪਲ ਲੈ ਕੇ ਦੱਸਿਆ ਜਾ ਰਿਹਾ ਹੈ। ਮੋਸਟਲੀ ਪੀਪਲ ਜਿਹੜੇ ਹੈਗੇ ਇੰਗੇਜਡ ਇਨ ਐਗਰੀਕਲਚਰ, ਬਟ ਜੋ ਵੀ ਲੋਕ ਐਗਰੀਕਲਚਰ ਦੇ ਕਿੱਤੇ ਵਿੱਚ ਹੈਗੇ ਆ ਉਹਨਾਂ ਕੋਲ ਸਫੀਸ਼ੀਐਂਟ ਲੈਂਡ ਨਹੀਂ ਹੈਗੀ ਕਲਟੀਵੇਸ਼ਨ ਦੇ ਵਾਸਤੇ, ਆਪਦੀ ਜ਼ਮੀਨ ਨਹੀਂ ਹੈਗੀ। ਅਬਾਊਟ 20 ਫੈਮਲੀਜ਼ ਓਨ majority ਆਫ ਦਾ ਲੈਂਡ ਇਨ ਦਾ ਵਿਲੇਜ। 20 ਫੈਮਲੀਜ਼ ਆ ਜਿਨ੍ਹਾਂ ਦੀ ਆਪਦੀ ਮੈਜੋਰਟੀ ਆ ਲੈਂਡ ਦੇ ਉੱਪਰ, ਜਿਨ੍ਹਾਂ ਕੋਲ ਜ਼ਿਆਦਾ ਜ਼ਮੀਨ ਹੈਗੀ ਆ। ਐਂਡ 100 ਫੈਮਲੀਜ਼ ਓਨ ਮੀਡੀਅਮ ਸਾਈਜ਼ ਐਗਰੀਕਲਚਰ ਫੀਲਡ, ਉਹਨਾਂ ਕੋਲ ਥੋੜ੍ਹੇ ਮੀਡੀਅਮ ਸਾਈਜ਼ ਦੇ, ਮਤਲਬ ਜ਼ਿਆਦਾ ਵੀ ਨਹੀਂ ਕਹਿ ਸਕਦੇ ਘੱਟ ਵੀ ਨਹੀਂ ਕਹਿ ਸਕਦੇ, ਐਵਰੇਜ ਜੀ ਜਿਹੜੀ ਹੈਗੀ ਉਹਨਾਂ ਕੋਲ ਜ਼ਮੀਨ ਹੈਗੀ ਹੈ। ਬਟ ਸਮ ਫੈਮਲੀਜ਼ ਓਨ ਵੈਰੀ ਸਮਾਲ ਸਾਈਜ਼ ਫੀਲਡ। ਕਹਿੰਦੇ ਕੁਝ ਕੁ ਫੈਮਲੀਜ਼ ਇਹੋ ਜਿਹੀਆਂ ਜਿਨ੍ਹਾਂ ਕੋਲ ਬਹੁਤ ਹੀ ਛੋਟੇ ਖੇਤ ਹੈ, ਮਤਲਬ ਬਹੁਤ ਥੋੜ੍ਹੀ ਜ਼ਮੀਨ ਹੈਗੀ ਹੈ। While there are 50 families, such families who own no agriculture land at all, ਜਿਨ੍ਹਾਂ ਕੋਲ ਆਪਦੀ ਜ਼ਮੀਨ ਬਿਲਕੁਲ ਵੀ ਨਹੀਂ ਹੈਗੀ। They earn their living by working in the field of other families. ਉਹ ਹੁਣ ਆਪਦੀ ਲਿਵਿੰਗ ਕਿਸ ਤਰ੍ਹਾਂ ਦੇ ਨਾਲ ਕਮਾਉਂਦੇ ਆ, ਉਪਜੀਵਿਕਾ ਕਿਵੇਂ ਕਮਾਉਂਦੇ ਆ, ਦੂਸਰੇ ਲੋਕਾਂ ਦੇ ਖੇਤਾਂ ਦੇ ਵਿੱਚ ਕੰਮ ਕਰਕੇ ਐਜ਼ ਏ ਲੇਬਰ ਦੇ ਤੌਰ 'ਤੇ। These families do not earn adequate income from the farming, ਅਤੇ ਇਹਨਾਂ ਨੂੰ ਫਾਰਮਿੰਗ ਤੋਂ ਜ਼ਿਆਦਾ ਇਨਕਮ ਨਹੀਂ ਹੁੰਦੀ ਕਿਉਂਕਿ ਇਹਨਾਂ ਦੀ ਆਈ ਚਲਾਈ ਹੀ ਮਸਾਂ ਚੱਲਦੀ ਹੈ। The fields of some farmers of this village are not only small in size but also scattered due to fragmentation. ਹੁਣ ਇੱਕ ਹੋਰ ਪ੍ਰੋਬਲਮ ਕੀ ਆਉਂਦੀ ਹੈ ਕਿ ਇਹ ਸਿਰਫ ਛੋਟੇ ਹੀ ਵਿਲੇਜ ਨਹੀਂ ਹੈਗੇ, ਸਗੋਂ ਦੀ ਸਕੈਟਰਡ ਵੀ ਆ, ਅਲੱਗ-ਅਲੱਗ ਆ, ਵੀ ਥੋੜ੍ਹੀ ਜਿਹੀ ਜ਼ਮੀਨ ਇੱਕ ਥਾਂ 'ਤੇ ਹੋਵੇ, ਦੂਸਰੀ ਬਹੁਤ ਦੂਰ ਹੋਵੇ, ਇਸ ਤਰੀਕੇ ਨਾਲ ਅਲੱਗ-ਅਲੱਗ ਪਾਰਟਸ ਦੇ ਵਿੱਚ ਹੈ। ਡਿਊ ਟੂ ਦਿਸ ਦਾ ਸਾਇੰਟੀਫਿਕ ਵੇ ਆਫ ਕਲਟੀਵੇਸ਼ਨ ਐਂਡ ਮੀਨਸ ਆਫ ਇਰੀਗੇਸ਼ਨ ਕੈਨ ਨਾਟ ਬੀ ਯੂਜ਼ਡ ਬਾਈ ਦੈਮ। ਇਸ ਛੋਟੇ ਖੇਤਾਂ ਦੇ ਆਕਾਰ ਦੇ ਛੋਟੇ ਹੋਣ ਕਰਕੇ ਅਤੇ ਅਲੱਗ ਹੋਣ ਦੇ ਕਰਕੇ ਸਾਇੰਟੀਫਿਕ ਵੇ ਦੀ ਖੇਤੀ ਨਹੀਂ ਹੋ ਸਕਦੀ, ਅਤੇ ਨਾ ਹੀ ਜੋ ਸਿੰਚਾਈ ਦੇ ਸਾਧਨ ਆ ਉਹ ਪ੍ਰੋਪਰ ਤਰੀਕੇ ਨਾਲ ਯੂਜ਼ ਵੀ ਨਹੀਂ ਹੋ ਸਕਦੇ ਉਹਨਾਂ ਤੋਂ। On the other hand, farmers who have more than 10 hectare of land or even more are able to use improved irrigation system. ਇਸ ਦੇ ਦੂਸਰੇ ਪਾਸੇ ਆਪਾਂ ਦੇਖੀਏ ਜਿਨ੍ਹਾਂ ਕੋਲ ਜ਼ਿਆਦਾ ਹੈਕਟੇਅਰ ਜ਼ਮੀਨ ਹੁੰਦੀ ਹੈ ਉਹ ਜਿਹੜੇ ਹੈਗੇ ਆ ਏਬਲ ਹੁੰਦੇ ਆ ਵੀ ਆਪਦੇ ਇਰੀਗੇਸ਼ਨ ਸਿਸਟਮ ਨੂੰ ਇੰਪਰੂਵ ਵੀ ਕਰ ਸਕਦੇ ਆ। ਮੰਨ ਲਓ ਵੀ ਜੇ ਉਹਨਾਂ ਕੋਲ 10 ਕਿੱਲੇ ਜ਼ਮੀਨ ਇੱਕ ਥਾਂ 'ਤੇ ਆ ਤਾਂ ਉੱਥੇ 2 ਮੋਟਰਾਂ ਵੀ ਲਵਾ ਸਕਦੇ ਆ। ਜਿਨ੍ਹਾਂ ਕੋਲ ਅੱਧਾ ਕਿੱਲਾ ਇੱਕ ਥਾਂ 'ਤੇ, ਅੱਧਾ ਕਿੱਲਾ ਇੱਕ ਥਾਂ 'ਤੇ ਆ ਤਾਂ ਫਿਰ ਉਹ ਕੋਈ ਉੱਥੇ ਜਿਹੜਾ ਹੈਗਾ ਮੋਟਰ ਵਗੈਰਾ ਵੀ ਨਹੀਂ ਲਵਾ ਸਕਦੇ ਹੁੰਦੇ। ਇਸ ਤਰੀਕੇ ਨਾਲ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ। ਸੋਇੰਗ ਐਂਡ ਹਾਰਵੈਸਟਿੰਗ ਇਜ਼ ਡਨ ਬਾਈ ਯੂਜ਼ਿੰਗ ਮਾਡਰਨ ਮਸ਼ੀਨਸ ਬਾਈ ਦੀਜ਼ ਫਾਰਮਰਸ। ਹੁਣ ਜਿਨ੍ਹਾਂ ਦੀ ਜ਼ਮੀਨ ਜ਼ਿਆਦਾ ਹੈ ਉਹ ਫਸਲ ਦੀ ਕਟਾਈ, ਫਸਲ ਦੀ ਬਿਜਾਈ ਮਸ਼ੀਨਾਂ ਦੁਆਰਾ ਕਰਵਾ ਲੈਂਦੇ ਆ। ਹੁਣ ਜਿਨ੍ਹਾਂ ਦੀ ਜੋ ਖੇਤ ਦਾ ਆਕਾਰ ਛੋਟਾ ਹੈ ਤਾਂ ਉੱਥੇ ਮਸ਼ੀਨਾਂ ਵੀ ਪੋਸੀਬਲ ਨਹੀਂ ਹੈਗੀਆਂ ਚਲਾਉਣੀਆਂ, ਤਾਂ ਇਹ ਵੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ। Most of the farmers in India have a very small land holding for agriculture. The average size of their agriculture farms is 2 or 3 hectare. ਐਵਰੇਜ ਕਿੰਨੀ ਹੁੰਦੀ ਹੈ ਇੰਡੀਆ ਦੇ ਵਿੱਚ ਜੋ ਲੈਂਡ ਹੈ ਲੋਕਾਂ ਕੋਲ 2 ਜਾਂ 3 ਹੈਕਟੇਅਰ ਤੱਕ ਹੀ ਹੁੰਦੀ ਹੈ। ਇਨ ਪੰਜਾਬ ਦਾ ਐਵਰੇਜ ਲੈਂਡ ਹੋਲਡਿੰਗ ਇਜ਼ ਆਫ 3 ਹੈਕਟੇਅਰ। ਪੰਜਾਬ ਦੇ ਵਿੱਚ ਜੇ ਐਵਰੇਜ ਦੇਖੀਏ ਤਾਂ 3 ਹੈਕਟੇਅਰ ਦੇ ਤੱਕ ਹੀ ਆ। In India, about 70% of the farms are even less than 2 hectare. ਹੁਣ 70% ਤੱਕ ਇੰਡੀਆ ਦੇ ਵਿੱਚ ਇਹੋ ਜਿਹੇ ਵੀ ਫਾਰਮਰ ਹੈਗੇ ਆ ਜਿਨ੍ਹਾਂ ਕੋਲ 2 ਹੈਕਟੇਅਰ ਤੱਕ ਜ਼ਮੀਨ ਹੈ। In size, whereas in America, the average holding is of 122 hectare.
ਇੱਥੇ ਆਪਣੇ ਕੋਲ ਇੰਡੀਆ ਦੇ ਵਿੱਚ ਸਿਰਫ 2 ਹੈਕਟੇਅਰ ਤੱਕ ਐਵਰੇਜ ਜ਼ਮੀਨ ਹੈ ਲੋਕਾਂ ਕੋਲ, ਬਟ ਜੇ ਆਪਾਂ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਐਵਰੇਜ ਜੋ ਹੈਕਟੇਅਰ ਹੈ ਉਹ 122 ਹੈਕਟੇਅਰ ਤੱਕ ਵੀ ਹੈ। Due to the small size of the farms, it is very difficult to adopt scientific methods. The farmers with small holding are unable to bring together their scattering small units of land. ਉਹ ਜੋ ਵੀ ਉਹਨਾਂ ਦੀ ਖਿੰਡੀ ਹੋਈ ਜ਼ਮੀਨ ਹੈ ਕਿ ਇੱਕ ਥੋੜ੍ਹੀ ਜਿਹੀ ਕਿਤੇ ਹੈ ਥੋੜ੍ਹੀ ਜਿਹੀ ਕਿਤੇ ਹੈ ਤਾਂ ਉਸ ਨੂੰ ਇਕੱਠੀ ਵੀ ਨਹੀਂ ਕਰ ਸਕਦੇ ਹੈ ਨਾ। ਲੈਂਡ ਕੈਨ ਨਾਟ ਪ੍ਰੋਡਿਊਸ ਐਨੀਥਿੰਗ ਆਊਟ ਆਫ ਇਟਸ ਓਨ, ਆਪਦੇ ਆਪ ਤਾਂ ਹੁਣ ਤੋਂ ਕੁਛ ਨਹੀਂ ਪੈਦਾ ਹੋ ਸਕਦਾ। ਡਿਫਰੈਂਟ ਕੈਪੀਟਲ ਇਨਪੁਟਸ ਜੋ ਪੂੰਜੀ ਹੈ, ਜੋ ਰॉ ਮਟੀਰੀਅਲ ਹੈ ਜਾਂ ਹਿਊਮਨ ਲੇਬਰ ਹੈ, ਉਹ ਸਾਰੀ ਚੀਜ਼ ਵੀ ਉਸ ਨੂੰ ਚਾਹੀਦੀ ਹੁੰਦੀ ਹੈ, ਠੀਕ ਹੈ। ਫੋਰ ਐਗਜ਼ਾਮਪਲ ਫਾਰਮਰ ਯੂਜ਼ ਪਲੋਇੰਗ, ਲੇਬਰ ਪਾਵਰ, ਮਸ਼ੀਨਸ ਐਂਡ ਬੁਲਕ ਪਾਵਰਸ, ਸੀਡ, ਫਰਟੀਲਾਈਜ਼ਰ ਐਕਸੈਟਰਾ ਫੋਰ ਦਾ ਪ੍ਰੋਡਕਸ਼ਨ। ਹੁਣ ਫਾਰਮਰ ਕੀ ਕਰਦੇ ਆ, ਫਸਲ ਨੂੰ ਵਾਹੁੰਦੇ ਵੀ ਆ, ਫਿਰ ਉਹਦੇ ਵਾਸਤੇ ਲੇਬਰ ਵੀ ਚਾਹੀਦੀ ਆ, ਮਸ਼ੀਨਾਂ ਚਾਹੀਦੀਆਂ, ਜਿਵੇਂ ਪਹਿਲਾਂ ਜਿਹੜੀ ਹੈਗੀ ਆ ਗੱਡਿਆਂ ਦੇ ਨਾਲ ਖੇਤੀ ਕੀਤੀ ਜਾਂਦੀ ਸੀ, ਬਲਦਾਂ ਦੇ ਨਾਲ ਖੇਤੀ ਕੀਤੀ ਜਾਂਦੀ ਸੀ, ਤਾਂ ਹੁਣ ਜਿਹੜੀ ਹੈਗੀ ਉਹਨਾਂ ਦੀ ਥਾਂ ਮਸ਼ੀਨਾਂ ਨੇ ਲੈ ਲਈ ਆ। ਫਿਰ ਵਧੀਆ ਕੁਆਲਿਟੀ ਦੇ ਸੀਡਸ ਵੀ ਚਾਹੀਦੇ ਆ, ਫਿਰ ਕੈਮੀਕਲ ਜੋ ਫਰਟੀਲਾਈਜ਼ਰ ਆ ਉਹ ਵੀ ਚਾਹੀਦੇ ਆ, ਵਾਟਰ ਜੋ ਇਰੀਗੇਸ਼ਨ ਦੀ ਫੈਸਿਲਿਟੀ ਹੈ ਉਹ ਵੀ ਬਹੁਤ ਜ਼ਰੂਰੀ ਹੈ ਟੂ ਗਰੋ ਫੂਡ ਗ੍ਰੇਨਸ ਔਨ ਅ ਗਿਵਨ ਪੀਸ ਆਫ ਲੈਂਡਸ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਾਸਤੇ ਸਭ ਤੋਂ ਜ਼ਰੂਰੀ ਕੀ ਹੈ, ਲੈਂਡ ਦਾ ਆਕਾਰ ਵੱਡਾ ਹੋਵੇ ਜਾਂ ਫਿਰ ਜ਼ਮੀਨ ਸਕੈਟਰਡ ਨਾ ਹੋਵੇ, ਅਲੱਗ-ਅਲੱਗ ਪਾਰਟਸ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਵੀ ਵੰਡੀ ਹੋਈ ਨਾ ਹੋਵੇ, ਵੀ ਇੱਕ ਪਾਰਟ ਕਿਤੇ ਹੈ ਇੱਕ ਦੂਸਰਾ ਪਾਰਟ ਦੂਰ ਹੈ, ਤਾਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਪ੍ਰੋਬਲਮ ਆ ਸਕਦੀ ਹੈ। ਸੋ ਇਹ ਸੀ ਆਪਣੀ ਜੋ ਡਿਸਟਰੀਬਿਊਸ਼ਨ ਆਫ ਲੈਂਡ ਅਮੰਗਸ ਦਾ ਫਾਰਮਰ। ਪਿੰਡਾਂ ਦੇ ਵਿੱਚ ਜੋ ਫਾਰਮਰਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਲੈਂਡ ਦੀ ਡਿਸਟਰੀਬਿਊਸ਼ਨ ਹੋਈ ਹੈ।